Hello everyone. In today's session, we will discuss the poem Mother's Day written by Shiv K. Kumar. ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਮਦਰਸ ਡੇ ਦਾ ਇਤਿਹਾਸ ਕੀ ਹੈ। ਇਹ ਤਸਵੀਰ ਅੰਨਾ ਐਮ ਜਾਰਵਿਸ ਦੀ ਹੈ। ਇਹ ਅਮਰੀਕਾ ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ ਰਹਿੰਦੀ ਸੀ। ਉਹ ਨਾ ਸਿਰਫ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਬਲਕਿ ਉਸ ਦੀ ਮਾਂ ਉਸ ਲਈ ਪ੍ਰੇਰਨਾ ਵੀ ਸੀ। 1905 ਦੇ ਵਿੱਚ ਉਸ ਦੀ ਮਦਰ ਦੀ ਡੈਥ ਹੋ ਗਈ ਤੇ ਉਹਨੇ ਆਪਣੀ ਮਾਂ ਦਾ ਇੱਕ ਮੈਮੋਰੀਅਲ ਬਣਾ ਲਿਆ। ਆਪਣੀ ਮਦਰ ਦੀ ਡੈਥ ਤੋਂ ਬਾਅਦ ਆਪਣੇ ਮਦਰ ਪ੍ਰਤੀ ਸਨਮਾਨ ਜਤਾਉਣ ਦੇ ਲਈ ਉਹਨੇ ਇੱਕ ਕੈਂਪੇਨ ਸ਼ੁਰੂ ਕਰ ਦਿੱਤੀ ਤੇ 1908 ਦੇ ਵਿੱਚ ਪਹਿਲੀ ਵਾਰ ਉਸਨੇ ਮਦਰਸ ਡੇ ਮਨਾਇਆ। ਹੌਲੀ-ਹੌਲੀ ਇਸ ਕੈਂਪੇਨ ਦੇ ਵਿੱਚ ਹੋਰ ਲੋਕ ਵੀ ਜੁੜਦੇ ਗਏ ਤੇ ਫਿਰ ਅਮਰੀਕਾ ਦੇ ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਵੁਡਰੋ ਵਿਲਸਨ, ਉਹਨਾਂ ਨੇ 9 ਮਈ 1914 ਨੂੰ ਇੱਕ ਕਾਨੂੰਨ ਪਾਸ ਕਰਤਾ ਤੇ ਮਈ ਮਹੀਨੇ ਦੇ ਜਿਹੜਾ ਸੈਕਿੰਡ ਸੰਡੇ ਆਉਂਦਾ ਹੈ ਉਹਨੂੰ ਮਦਰਸ ਡੇ ਦੇ ਰੂਪ ਦੇ ਵਿੱਚ ਫਿਕਸ ਕਰ ਦਿੱਤਾ ਤੇ ਅੱਜ ਮਦਰਸ ਡੇ ਲਗਭਗ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਪੋਇਮ ਦੇ ਪੋਇਟ ਸ਼ਿਵ ਕੁਮਾਰ ਜੀ ਬਾਰੇ। ਸ਼ਿਵ ਕੇ ਕੁਮਾਰ ਜੀ ਦਾ ਪੂਰਾ ਨਾਮ ਸ਼ਿਵ ਕ੍ਰਿਸ਼ਨਾ ਕੁਮਾਰ ਹੈ। ਉਹ ਇੰਡੀਅਨ ਰਾਈਟਰ ਹਨ ਤੇ ਉਹ ਇੰਗਲਿਸ਼ ਪੋਇਟ, ਪਲੇਰਾਈਟ, ਨੋਵਲਿਸਟ ਤੇ ਸ਼ਾਰਟ ਸਟੋਰੀ ਰਾਈਟਰ ਹਨ। ਲਿਟਰੇਚਰ ਦੇ ਵਿੱਚ ਉਹਨਾਂ ਦਾ ਜੋ ਯੋਗਦਾਨ ਸੀ ਉਹਦੇ ਲਈ ਉਹਨਾਂ ਨੂੰ 2001 ਦੇ ਵਿੱਚ ਪਦਮ ਭੂਸ਼ਣ ਅਵਾਰਡ ਨਾਲ ਨਵਾਜਿਆ ਗਿਆ। ਇਨ ਦਿਸ ਪੋਇਮ ਮਦਰਸ ਡੇ ਹੀ ਟਾਕਸ ਅਬਾਊਟ ਗ੍ਰੇਟਨੈਸ ਆਫ ਇੰਡੀਅਨਿਜ਼ਮ, ਇੰਡੀਅਨ ਕਲਚਰ ਐਂਡ ਇੰਡੀਅਨ ਲਿਵਿੰਗ। ਸੋ ਦਿਸ ਇਜ਼ a wonderful poem. Let's read it. We do it differently in this dark continent. Not just once a year, a string of spurious verses ensconced in a buka shaped like a Chinese house of dreams. Dark continent ਇਸ ਦਾ ਮਤਲਬ ਕੱਲਾ ਅਫਰੀਕਾ ਨਹੀਂ ਹੈ, ਭਾਰਤ ਦੇ ਲੋਕਾਂ ਨੂੰ ਵੀ ਕਾਲੇ ਹੀ ਕਿਹਾ ਜਾਂਦਾ ਹੈ। ਸੋ ਇੱਥੇ ਇਸ ਦਾ ਮੀਨਿੰਗ ਹੈ ਇੰਡੀਆ। ਸਪੂਰੀਅਸ ਮੀਨਿੰਗ ਹੁੰਦਾ ਫੇਕ, ਫਾਲਸ, ਝੂਠੇ। ਇਨਸਕੌਂਸਡ ਪਲੇਸਡ ਸੇਫਲੀ ਇਨ, ਜਦੋਂ ਆਪਾਂ ਕਿਸੇ ਚੀਜ਼ ਨੂੰ ਟਿਕਾ ਕੇ ਜੇ ਰੱਖ ਦਈਏ ਤਾਂ ਕਿਹਾ ਜਾਂਦਾ ਹੈ। ਬੁੱਕਾ ਹੁੰਦਾ ਹੈ ਇਹ ਬੰਚ ਆਫ ਫਲਾਵਰਸ, ਫੁੱਲਾਂ ਦਾ ਗੁਲਦਸਤਾ। ਭਾਰਤੀ ਰੀਤੀ ਰਿਵਾਜ ਅਨੁਸਾਰ ਤਾਂ ਹਰ ਦਿਨ ਹੀ ਮਦਰਸ ਡੇ ਹੁੰਦਾ ਹੈ। ਸਾਨੂੰ ਇੰਡੀਅਨਸ ਨੂੰ ਆਪਣੀ ਮਾਂ ਨੂੰ ਰਿਸਪੈਕਟ ਦੇਣ ਵਾਸਤੇ ਕਿਸੇ ਖਾਸ ਦਿਨ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਤਾਂ ਆਪਣੇ ਮਾਂ ਨੂੰ ਦੇਵੀ ਦੇ ਸਮਾਨ ਮੰਨਦੇ ਹਾਂ ਤੇ ਦਿਲ ਦੀ ਗਹਿਰਾਈ ਤੋਂ ਉਸ ਦੀ ਰਿਸਪੈਕਟ ਕਰਦੇ ਹਾਂ। ਸੋ ਸ਼ਿਵ ਕੁਮਾਰ ਜੀ ਕਹਿੰਦੇ ਹਨ we do it differently in this dark continent, ਕਿ ਅਸੀਂ ਇਸ ਡਾਰਕ ਕੰਟੀਨੈਂਟ ਅਰਥਾਤ ਭਾਰਤ ਦੇ ਵਿੱਚ ਮਦਰਸ ਡੇ ਨੂੰ ਇੱਕ ਵੱਖਰੇ ਤਰੀਕੇ ਨਾਲ ਮਨਾਉਂਦੇ ਹਾਂ। ਨਾਟ ਜਸਟ ਵਨਸ ਏ ਈਅਰ, ਅਸੀਂ ਸਾਲ 'ਚ ਸਿਰਫ ਇੱਕ ਵਾਰ ਨਹੀਂ ਮਨਾਉਂਦੇ। ਅ ਸਟ੍ਰਿੰਗ ਆਫ ਸੁਪਰੀਅਸ ਵਰਸਿਸ ਇਨਸਕੌਂਸਡ ਇਨ ਏ ਬੁੱਕਾ ਸ਼ੇਪਡ ਲਾਈਕ ਏ ਚਾਈਨੀਜ਼ ਹਾਊਸ ਆਫ ਡ੍ਰੀਮਸ। ਵੈਸਟਰਨ ਕੰਟਰੀਜ਼ ਦੇ ਵਿੱਚ ਲੋਕ ਮਦਰਸ ਡੇ ਨੂੰ ਕਿਵੇਂ ਮਨਾਉਂਦੇ ਆ? ਉਹ ਇੱਕ ਫੁੱਲਾਂ ਦਾ ਗੁਲਦਸਤਾ ਲੈਂਦੇ ਤੇ ਇੱਕ ਕਾਰਡ ਦੇ ਉੱਪਰ ਆਪਣੀ ਮਾਂ ਦੀ ਝੂਠੀ ਪ੍ਰੇਜ਼ ਦੇ ਵਿੱਚ ਕੁਝ ਲਾਈਨਾਂ ਲਿਖ ਕੇ ਉਸ ਕਾਰਡ ਨੂੰ ਉਸ ਗੁਲਦਸਤੇ ਦੇ ਵਿੱਚ ਰੱਖ ਕੇ ਆਪਣੀ ਮਾਂ ਨੂੰ ਦਿੰਦੇ ਆ। ਤੇ ਪਰ ਜਿਹੜਾ ਸਾਡਾ ਪੋਇਟ ਹੈ ਉਹਨੂੰ ਇਹ ਸਾਰਾ ਕੁਝ ਇੱਕ ਵਿਖਾਵਾ ਜਿਹਾ ਲੱਗਦਾ ਹੈ। ਉਹਨੇ ਇੱਕ ਪ੍ਰਵਰਬ ਹੈ ਜਿਹੜੀ ਇਹ ਚਾਈਨੀਜ਼ ਹਾਊਸ ਆਫ ਡ੍ਰੀਮਸ, ਇਹ ਜਿਹੜੀ ਫਰੇਜ਼ ਹੈ ਇਹਦੇ ਨਾਲ ਇਸ ਨੂੰ ਕੰਪੇਅਰ ਕੀਤਾ ਹੈ। ਇਹ ਦਰਸਾਉਣ ਵਾਸਤੇ ਕੰਪੇਅਰ ਕੀਤਾ ਹੈ ਕਿ ਇਹ ਜਿਹੜਾ ਉਹ ਕਰਦੇ ਆ ਇਹ ਸਾਰਾ ਕੁਝ ਫੇਕ ਐਕਸਪ੍ਰੈਸ਼ਨ ਹੈ ਉਹਨਾਂ ਦਾ ਆਪਣੀ ਮਾਂ ਦੇ ਲਈ। ਇਸ ਹਾਊਸ ਆਫ ਡ੍ਰੀਮਸ ਇੱਕ ਕੱਚ ਦਾ ਘਰ ਹੈ। ਜਿਸ ਤਰ੍ਹਾਂ ਕੱਚ ਦੀਆਂ ਚੀਜ਼ਾਂ ਟੁੱਟ ਜਾਂਦੀਆਂ ਉਸੇ ਹੀ ਤਰ੍ਹਾਂ ਉਹਨਾਂ ਦਾ ਜਿਹੜਾ ਪ੍ਰੇਮ ਪਿਆਰ ਆਪਣੀ ਮਦਰ ਦੇ ਲਈ ਉਹ ਫੇਕ ਹੈ। ਮਾਈ ਮਦਰ ਇਜ਼ ਮੋਰ ਡਿਮਾਂਡਿੰਗ ਐਂਡ ਓਬੀਡੀਐਂਸ ਐਟ ਈਚ ਸਨਰਾਈਜ਼ like a devotee throwing a handful of yellow rice to the birds. Demanding meaning expecting, ਉਮੀਦ ਰੱਖਣ ਵਾਲੀ। Obedience, act of bending in respect or the touching the feet of one's elders, ਸਤਿਕਾਰ ਦੇ ਵਿੱਚ ਝੁਕਣਾ ਜਾਂ ਮੱਥਾ ਟੇਕਣਾ। Devotee, ਸ਼ਰਧਾਲੂ, a person who strongly admires a particular person, ਸ਼ਰਧਾਲੂ। ਸ਼ਿਵ ਕੁਮਾਰ ਜੀ ਕਹਿੰਦੇ ਹੈ ਕਿ ਜਿਹੜੀ ਮੇਰੀ ਮਾਂ ਹੈ ਜਾਂ ਇੰਡੀਅਨ ਮਾਂ ਹੈ ਉਹ ਜ਼ਿਆਦਾ ਉਮੀਦ ਕਰਦੀ ਹੈ। ਉਹ ਚਾਹੁੰਦੀ ਹੈ ਕਿ ਹਰ ਰੋਜ਼ ਜਦੋਂ ਸੂਰਜ ਨਿਕਲਦਾ ਹੈ ਤਾਂ ਉਸ ਦੇ ਜਿਹੜੇ ਬੱਚੇ ਹੈ ਉਹਨੂੰ ਪ੍ਰਣਾਮ ਕਰਨ, ਉਹਨੂੰ ਇੱਜ਼ਤ ਦੇਣ, ਉਹਨੂੰ ਰਿਸਪੈਕਟ ਕਰਨ। ਇਸ ਤਰ੍ਹਾਂ ਨਹੀਂ ਹੈ ਵੀ ਇੱਕ ਵਾਰ ਕਾਰਡ ਦੇਤਾ ਪੂਰੇ ਦਿਨ ਵਿੱਚ
ਤੇ ਮਦਰਸ ਡੇ ਹੋ ਗਿਆ। ਇੰਡੀਅਨ ਮਾਂ ਇਹ ਵੀ ਚਾਹੁੰਦੀ ਹੈ ਕਿ ਜਿਹੜਾ ਉਹਦਾ ਪੁੱਤਰ ਹੈ ਉਹ ਇੱਕ ਸ਼ਰਧਾਲੂ ਦੀ ਤਰ੍ਹਾਂ ਪੰਛੀਆਂ ਨੂੰ ਪੀਲੇ ਚਾਵਲ ਵੀ ਪਾਵੇ। ਮਤਲਬ ਉਹ ਇਹ ਚਾਹੁੰਦੀ ਹੈ ਕਿ ਜਿਹੜੇ ਉਹਦੇ ਬੱਚੇ ਹੈਗੇ ਹੈ ਉਹਨਾਂ ਦੇ ਵਿੱਚ ਕਾਈਂਡ ਫੀਲਿੰਗਸ ਵੀ ਆਉਣ ਪਸ਼ੂ ਪਕਸ਼ੀਆਂ ਦੇ ਲਈ। Holding a candelabrum before an idol just once a year is desecrating it. ਔਖੇ ਸ਼ਬਦਾਂ ਦੇ ਅਰਥ। Candelabrum, an object with several branches for holding candles. ਕੈਂਡਲਸ ਲਗਾਉਣ ਵਾਲੇ ਜਿਹੜਾ ਸਟੈਂਡ ਯੂਜ਼ ਕੀਤਾ ਜਾਂਦਾ ਉਸ ਨੂੰ ਕਹਿੰਦੇ ਆ ਆਈਡਲ। ਇਮੇਜ ਹੁੰਦੀ ਹੈ ਜਿਵੇਂ ਕਿਸੇ ਦੇਵੀ ਦੇਵਤੇ ਦੀ ਜਿਹੜੀ ਮੂਰਤੀ ਹੈ ਉਸ ਨੂੰ ਕਿਹਾ ਜਾਂਦਾ ਹੈ। ਡੈਸਕਰੇਟ, ਟਰੀਟ ਵਿਦ ਡਿਸਰਿਸਪੈਕਟ, ਮਤਲਬ ਬੇਇੱਜ਼ਤੀ ਕਰਨਾ। ਪੋਇਟ ਕਹਿੰਦਾ ਕਿ ਜੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਮਾਂ ਨੂੰ ਆਪਣੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਦਈਏ ਤਾਂ ਇਹ ਉਸ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਉਹ ਆਪਣੀ ਦੇਵੀ ਦੇਵਤੇ ਦੀ ਪੂਜਾ ਹਰ ਰੋਜ਼ ਕਰਦਾ ਹੈ। ਆਏ ਨਹੀਂ ਹੈਗਾ ਕਿ ਉਹ ਸਾਲ 'ਚ ਇੱਕ ਦਿਨ ਕਰਦਾ ਹੈ, ਆਪਣੀ ਦੇਵਤੇ ਦੇ ਅੱਗੇ ਇੱਕ ਦਿਨ ਉਹ ਜਾ ਕੇ ਅਗਰਬੱਤੀ ਜਗਾਉਂਦਾ ਜਾਂ ਕੈਂਡਲ ਜਗਾਉਂਦਾ, ਇਸ ਤਰ੍ਹਾਂ ਨਹੀਂ ਹੁੰਦਾ। Whenever I see a caterpillar slouching towards a pansy's eye or hear a nestle voices in a wind's howl, I invoke my deity sometimes twice a day. ਔਖੇ ਸ਼ਬਦਾਂ ਦੇ ਅਰਥ। Caterpillar, a pest or insect that feeds on herbs. Caterpillar ਇੱਕ ਕੀੜਾ ਹੁੰਦਾ ਹੈ ਜਿਹੜਾ ਕਿ ਜੜੀ ਬੂਟੀਆਂ ਦੇ ਉੱਪਰ ਪਲਦਾ ਹੈ। Slouching, moving forward, ਹੌਲੀ ਹੌਲੀ ਅੱਗੇ ਵਧਣਾ। Pansy, ਇਹ ਪਰਪਲ ਕਲਰ ਦੇ ਫੁੱਲ ਹੁੰਦੇ ਆ। ਅਨੈਸਟਰਲ ਵੌਇਸ ਆਫ ਸਪਿਰਿਟ ਆਫ ਵਨਸ ਫੋਰਫਾਦਰ, ਕਿਸੇ ਦੇ ਪੂਰਵਜਾਂ ਦੀ ਆਤਮਾ ਦੀ ਆਵਾਜ਼। ਹਾਊਲ ਹੁੰਦਾ ਹੈ ਲਾਊਡ ਕਰਾਈ, ਉੱਚੀ ਆਵਾਜ਼। ਇਨਵੋਕ, ਕਾਲ ਅਪੌਨ ਫॉर ਹੈਲਪ ਦੇ ਲਈ ਪੁਕਾਰਨਾ। ਪੋਇਟ ਕਹਿੰਦਾ ਹੈ ਜਦੋਂ ਮੈਂ ਕੈਟਰਪਿਲਰ ਨੂੰ ਰੀਂਗਦੇ ਹੋਏ ਜਾਂਦੇ ਦੇਖਦਾ ਪੈਨਜ਼ੀ ਦੇ ਫੁੱਲ ਵੱਲ, ਕਿਉਂਕਿ ਉਹ ਜਿਹੜਾ ਕੈਟਰਪਿਲਰ ਹੈ ਉਹ ਪੈਨਜ਼ੀ ਦਾ ਫੁੱਲ ਖਾਣ ਵਾਸਤੇ ਉੱਧਰ ਨੂੰ ਜਾਂਦਾ ਹੈ, ਤਾਂ ਜਾਂ ਕਹਿੰਦਾ ਜਦੋਂ ਮੈਂ ਬਹੁਤ ਹੀ ਤੇਜ਼ ਹਵਾ ਦੇ ਵਿੱਚ ਆਪਣੇ ਪੂਰਵਜਾਂ ਦੀਆਂ ਜਿਹੜੀਆਂ ਆਵਾਜ਼ਾਂ ਉਹਨਾਂ ਨੂੰ ਸੁਣਦਾ ਤਾਂ ਕਹਿੰਦਾ ਮੈਂ ਬਹੁਤ ਜ਼ਿਆਦਾ ਡਰ ਜਾਂਦਾ। ਤਾਂ ਉਸ ਵੇਲੇ ਮੈਂ ਆਪਣੀ ਡਾਇਟੀ ਮਤਲਬ ਆਪਣੀ ਮਾਂ ਨੂੰ ਉਹ ਇੱਕ ਦੇਵੀ ਦਾ ਦਰਜਾ ਦਿੰਦਾ ਅਤੇ ਕਹਿੰਦਾ ਮੈਂ ਉਸ ਵੇਲੇ ਆਪਣੀ ਮਾਂ ਨੂੰ ਬੁਲਾਉਣਾ ਮਦਦ ਵਾਸਤੇ, ਮਾਂ ਨੂੰ ਆਪਣੀ ਨੂੰ ਯਾਦ ਕਰਦਾ। ਕਹਿੰਦਾ ਕਈ ਵਾਰ ਮੈਂ ਦਿਨ ਵਿੱਚ ਇੱਕ ਵਾਰ ਨਹੀਂ 2 ਵਾਰ ਵੀ ਯਾਦ ਕਰਦਾ। ਉਹਦਾ ਕਹਿਣ ਦਾ ਮਤਲਬ ਇੱਥੇ ਇਹ ਹੈ ਕਿ ਜਦੋਂ ਵੀ ਸਾਨੂੰ ਕੋਈ ਸਮੱਸਿਆ ਹੁੰਦੀ ਹੈ, ਕੋਈ ਵੀ ਪਰੇਸ਼ਾਨੀ ਹੁੰਦੀ ਹੈ, ਚਾਹੇ ਉਹ ਸਾਡੀ ਸਰੀਰਕ ਪਰੇਸ਼ਾਨੀ ਹੈ, ਚਾਹੇ ਉਹ ਤੇਜ਼ ਹਵਾ ਮਤਲਬ ਮੌਸਮ ਦੇ ਵਿੱਚ ਆਈ ਹੈ ਪਰੇਸ਼ਾਨੀ, ਚਾਹੇ ਉਹ ਸਾਡੀ ਮਾਨਸਿਕ ਪਰੇਸ਼ਾਨੀ ਹੈ, ਹਰ ਪਰੇਸ਼ਾਨੀ ਦੇ ਵਿੱਚ ਜਦੋਂ ਇਨਸਾਨ ਪਰੇਸ਼ਾਨ ਹੁੰਦਾ ਹੈ ਤਾਂ ਉਹ ਆਪਣੀ ਮਾਂ ਨੂੰ ਹੀ ਯਾਦ ਕਰਦਾ ਹੈ। ਮਤਲਬ ਕਿ ਇੰਡੀਆ ਦੇ ਵਿੱਚ ਮਾਂ ਨੂੰ ਇੱਕ ਦੇਵੀ ਮੰਨਿਆ ਜਾਂਦਾ ਹੈ। ਇਨਸਾਨ ਸਵੇਰੇ ਆਪਣੀ ਮਾਂ ਦੇ ਪੈਰੀਂ ਹੱਥ ਐਵੇਂ ਲਗਾਉਂਦਾ ਹੈ ਜਿਵੇਂ ਕਿ ਉਹ ਇੱਕ ਦੇਵੀ ਹੋਵੇ, ਅਤੇ ਜਦੋਂ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਜਾਂ ਅਨਿਸ਼ਚਿਤਤਾ ਹੈਗੀ ਹੈ ਤਾਂ ਹਰ ਵੇਲੇ ਉਹਦੇ ਮੂੰਹ ਦੇ ਵਿੱਚੋਂ ਮਾਂ ਸ਼ਬਦ ਹੀ ਨਿਕਲਦਾ ਹੈ। ਇਸ ਲਈ ਇੰਡੀਆ ਦੇ ਵਿੱਚ ਤਾਂ ਹਰ ਰੋਜ਼ ਹੀ ਮਦਰਸ ਡੇ ਹੈ। ਸਾਲ ਦੇ ਵਿੱਚ ਕੋਈ ਇੱਕ ਸਪੈਸ਼ਲ ਡੇ ਹੈ ਜਿਹੜਾ ਉਹ ਮਦਰਸ ਡੇ ਨਹੀਂ ਹੈਗਾ। ਸੋ ਬੇਟਾ ਇਹ ਸੀ ਆਪਣੀ ਪੋਇਮ। I hope all of you will be able to understand. Thank you. Have a nice day.